ਸਿੰਘ ਸਾਹਿਬ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ 100 ਸਾਲਾ ਦਿਹਾੜੇ ਉੱਤੇ ਬਿਆਨ ਦਿੱਤਾ ਗਿਆ, ਜਿਸ ਦੀ ਕਿ ਬਹੁਤ ਸਾਰੀ ਪੰਥਕ ਹਲਕਿਆਂ ਦੇ ਵਿੱਚ ਚਰਚਾ ਹੈ। ਦੁਬਾਰਾ ਜਿਹੜਾ ਹੈ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨ ਦੇ ਲਈ ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਹੋਈ ਹੈ, ਤੁਹਾਡੇ ਐਜ਼ ਅ ਜਰਨਲਿਸਟ ਕੀ ਵਿਚਾਰ ਨੇ ਇਸ ਦੇ ਬਾਰੇ? ਤੇ ਉਹ ਐਸਜੀਪੀਸੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ ਉਹ ਤੈਅ ਕਰਦੀ ਹੈ ਕਿਹੜਾ ਪ੍ਰਧਾਨ ਹੋਵੇ, ਤੇ ਉਹ ਤੈਅ ਕਰਦੀ ਹੈ ਕਿ ਕਿਹੜਾ ਐਸਜੀਪੀਸੀ ਮੈਂਬਰ ਬਣੇਗਾ ਤੇ ਕੌਣ ਲੜੇਗਾ। ਉਹਦੇ ਵਿੱਚ ਉਹਨਾਂ ਨੇ ਕੁਝ ਗੱਲਾਂ ਇਹੋ ਜਿਹੀਆਂ ਕੀਤੀਆਂ ਨੇ ਜਿਹੜੀਆਂ ਠੀਕ ਵੀ ਨੇ, ਪਰ ਬਹੁਤੀਆਂ ਗੱਲਾਂ ਦੀ ਟੋਨ ਜਿਹੜੀ ਸੀ ਉਹ ਮਤਲਬ ਮਾਂ ਤੇ ਪੁੱਤਰ ਵਾਲੀ ਗੱਲ ਕੀਤੀ ਹੈ। ਉਹ ਵੈਸੇ ਲੌਜੀਕਲੀ ਤਾਂ ਸਮਝ ਨਹੀਂ ਆਉਂਦੀ, ਕਿਉਂਕਿ ਪੁੱਤਰ ਤਾਂ ਕਈ ਹੋ ਸਕਦੇ ਨੇ ਮਾਂ ਦੇ, ਕੋਈ ਇੱਕੋ ਪੁੱਤਰ ਨਹੀਂ ਹੋ ਸਕਦਾ। ਤੇ ਉਹ ਪੁੱਤਰ ਕਪੁੱਤਰ ਵੀ ਨਿਕਲਿਆ ਹੋਵੇ। ਸਾਨੂੰ ਲਾਠੀਆਂ ਤਿਆਰ ਰੱਖਣੀਆਂ ਚਾਹੀਦੀਆਂ, ਡਾਂਗਾ ਲੈ ਲੈਣੀਆਂ ਚਾਹੀਦੀਆਂ, ਤੇ ਇਹ ਗੱਲ ਜਿਹੜੀ ਹੈ ਉਹ ਸਮਝ ਤੋਂ ਬਾਹਰ ਹੈ। ਮੇਣੋ ਮੇਣੀ ਹੋਣ ਵਾਲਾ ਉਹ ਉਸ ਵੇਲੇ ਪਲੇਟਫਾਰਮ ਦੇ ਉੱਤੇ ਉਹ ਗੱਲ ਕਰਨ ਦੀ ਲੋੜ ਨਹੀਂ ਸੀ, ਬਲਕਿ ਇੱਕ ਬੜਾ ਵੱਡਾ ਵਿਜ਼ਨ ਦੇਣ ਦੀ ਲੋੜ ਸੀ ਕਿ ਵਿਜ਼ਨ ਕੀ ਹੋਣਾ ਚਾਹੀਦਾ ਅੱਗੇ 50 ਸਾਲ ਤੱਕ ਜਾਂ ਅਗਲੇ 100 ਸਾਲ ਦਾ ਵਿਜ਼ਨ ਕੀ ਹੋਵੇ। ਹੈਰਾਨੀ ਦੀ ਗੱਲ ਹੈ ਕਿ ਅਕਾਲ ਤਖਤ ਦਾ ਜਥੇਦਾਰ ਇਹ ਬਿਆਨ ਦਵੇ ਔਰ ਉਸ ਤੋਂ ਬਾਅਦ ਇੱਕ ਲੁਧਿਆਣੇ ਦਾ ਐਮਪੀ ਇਹੋ ਜਿਹੀ ਕਰ ਜਾਏ, ਪਰ ਕੋਈ ਕੁਝ ਨਾ ਕਹੇ। ਤੇ ਗਿਆਨੀ ਹਰਪ੍ਰੀਤ ਸਿੰਘ ਆਪਣੇ ਆਪ ਨੂੰ ਕੱਲਾ ਮਹਿਸੂਸ ਕਰ ਰਹੇ ਆ ਕਿ ਉਹ ਕਹਿੰਦੇ ਮੈਂ ਪੰਥ ਦੀ ਕੋਈ ਗੱਲ ਵੀ ਕਰਦਾ ਜਾਂ ਮੈਂ ਕੋਈ ਇਸ਼ੂ ਚੁੱਕਦਾ ਵੀ ਹਾਂ ਤੇ ਇਹੀ ਅਕਾਲੀ ਦਲ ਤੇ ਇਹੀ ਐਸਜੀਪੀਸੀ ਮੇਰੀ ਸਪੋਰਟ ਤੇ ਨਹੀਂ ਆਉਂਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ ਪੁਆਇੰਟ ਦੇ ਵਿੱਚ। ਤੇ ਨਿਊਜ਼ ਪੁਆਇੰਟ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਜਰਨੈਲ ਸਿੰਘ ਜੀ ਦਿੱਲੀ ਦੀ ਧਰਤੀ ਤੋਂ। ਜਰਨੈਲ ਵੀ ਜੀ ਸਵਾਗਤ ਹੈ ਆਪ ਜੀ ਦਾ। ਤੇ ਸ਼ੁਰੂਆਤ ਅੱਜ ਆਪਾਂ ਕਰਨੀ ਹੈਗੀ, ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਜਿਹੜਾ ਹੈਗਾ ਸਿੰਘ ਸਾਹਿਬ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ 100 ਸਾਲਾ ਦਿਹਾੜੇ ਉੱਤੇ ਬਿਆਨ ਦਿੱਤਾ ਗਿਆ, ਜਿਸ ਦੀ ਕਿ ਬਹੁਤ ਸਾਰੀ ਪੰਥਕ ਹਲਕਿਆਂ ਦੇ ਵਿੱਚ ਚਰਚਾ ਹੈ, ਕਿਉਂਕਿ ਜਥੇਦਾਰ ਸਾਹਿਬ ਵੱਲੋਂ ਪਹਿਲਾਂ ਵੀ ਬਹੁਤ ਸਾਰੇ ਬਿਆਨ ਦਿੱਤੇ ਗਏ ਨੇ। ਪਰ ਇਸ ਬਿਆਨ ਦੇ ਨਾਲ ਜਿਹੜਾ ਹੈ ਕਾਫੀ ਜ਼ਿਆਦਾ, ਜੇ ਆਪਾਂ ਕਹੀਏ, ਇੱਕ ਤਰ੍ਹਾਂ ਦਾ ਹੜਕੰਪ ਜਿਹਾ ਮਚਿਆ ਹੋਇਆ ਹੈ। ਜੇ ਆਪਾਂ ਕਹਿ ਲਈਏ ਕਿ ਬਹੁਤ ਸਾਰੀਆਂ ਧਿਰਾਂ ਉਹਨਾਂ ਨੂੰ ਦੁਬਾਰਾ, ਪਹਿਲਾਂ ਲੋਕਾਂ ਨੂੰ ਇੱਕ ਉਮੀਦ ਸੀ ਕਿ ਇੱਕ ਸਾਨੂੰ ਆਜ਼ਾਦ ਜਥੇਦਾਰ ਮਿਲ ਗਿਆ ਜਾਂ ਉਸ ਸੋਚ ਬਾਰੇ ਉਮੀਦ ਸੀ, ਪਰ ਜੋ ਆਪਾਂ ਕਹਿ ਲਈਏ ਖਾਸ ਕਰਕੇ ਐਕਸਪਰਟਸ ਦਾ ਕਹਿਣਾ ਹੈ ਕਿ ਜਿਹੜਾ ਦੁਬਾਰਾ ਜਿਹੜਾ ਹੈ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨ ਦੇ ਲਈ ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਹੋਈ ਹੈ, ਤੁਹਾਡੇ ਐਜ਼ ਅ ਜਰਨਲਿਸਟ ਕੀ ਵਿਚਾਰ ਨੇ ਇਸ ਦੇ ਬਾਰੇ? ਦੇਖੋ, ਪਹਿਲੀ ਗੱਲ ਤਾਂ ਇਹ ਉਮੀਦ ਨਹੀਂ ਲਾਉਣੀ ਚਾਹੀਦੀ ਕਿ ਅਕਾਲ ਤਖਤ ਦਾ ਜਥੇਦਾਰ ਜਿਹੜਾ ਫਿਰ ਐਸਜੀਪੀਸੀ ਦੇ ਵੱਲੋਂ ਚੁਣਿਆ ਜਾਂਦਾ ਹੈ, ਤੇ ਉਹ ਐਸਜੀਪੀਸੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ ਉਹ ਤੈਅ ਕਰਦੀ ਹੈ ਕਿਹੜਾ ਪ੍ਰਧਾਨ ਹੋਵੇ, ਤੇ ਉਹ ਤੈਅ ਕਰਦੀ ਹੈ ਕਿ ਕਿਹੜਾ ਐਸਜੀਪੀਸੀ ਮੈਂਬਰ ਬਣੇਗਾ ਤੇ ਕੌਣ ਲੜੇਗਾ। ਤੇ ਜੇ ਤੁਸੀਂ ਇਹ ਉਮੀਦ ਕਰੋ ਕਿ ਕਿਉਂਕਿ ਉਹ ਡਾਇਰੈਕਟਲੀ ਇਲੈਕਟਡ ਨਹੀਂ ਹੈ, ਜਿੱਦਾਂ ਹੁਣ ਅਮਰੀਕਾ 'ਚ ਇਲੈਕਸ਼ਨ ਹੋਏ ਡਾਇਰੈਕਟਲੀ ਪ੍ਰੈਜ਼ੀਡੈਂਟ ਚੁਣਿਆ ਗਿਆ, ਬਿਡਨ ਚੁਣਿਆ ਗਿਆ ਜਾਂ ਪਹਿਲਾਂ ਟਰੰਪ ਚੁਣਿਆ ਗਿਆ, ਤੇ ਪਾਵਰ ਹਮੇਸ਼ਾ ਇਲੈਕਟਡ ਦੇ ਕੋਲ ਸਿੱਧੀ ਹੁੰਦੀ ਹੈ, ਨੋਮੀਨੇਟਡ ਵਾਲੇ ਕੋਲ ਨਹੀਂ ਹੁੰਦੀ। ਜਿੱਦਾਂ ਇੰਡੀਆ ਦੇ ਵਿੱਚ ਜੇ ਰਾਸ਼ਟਰਪਤੀ ਹੈ ਉਹ ਡਾਇਰੈਕਟਲੀ ਇਲੈਕਟਡ ਨਹੀਂ ਹੁੰਦਾ, ਤੇ ਸਾਰੀ ਪਾਵਰ ਜਿਹੜੀ ਹੈ ਉਹ ਪ੍ਰਾਈਮ ਮਿਨਿਸਟਰ ਕੋਲ ਹੁੰਦੀ ਹੈ। ਤੇ ਉਸੇ ਤਰ੍ਹਾਂ ਜੇ ਅਕਾਲ ਤਖਤ ਦੇ ਜਥੇਦਾਰ ਨੇ ਉਹ ਨੋਮੀਨੇਟਡ ਨੇ, ਉਹਨਾਂ ਨੂੰ ਫਿਰ ਐਸਜੀਪੀਸੀ ਦੇ ਵੱਲੋਂ ਉਹਨਾਂ ਨੋਮੀਨੇਟ ਕੀਤਾ ਗਿਆ। ਤੇ ਆਪਾਂ ਨੂੰ ਪਹਿਲਾਂ ਇਹ ਆਸ ਤਾਂ ਨਹੀਂ ਰੱਖਣੀ ਚਾਹੀਦੀ ਕਿ ਉਹ ਬਿਲਕੁਲ ਆਜ਼ਾਦ ਤੌਰ ਦੇ ਉੱਤੇ ਗੱਲ ਕਰ ਸਕਣਗੇ, ਪਹਿਲਾਂ ਤਾਂ ਇਹ ਉਮੀਦ ਨਹੀਂ ਰੱਖਣੀ ਚਾਹੀਦੀ। ਹਾਂ, ਉਹਨਾਂ ਦੇ ਵਿੱਚ ਇਹ ਜ਼ਰੂਰ ਹੈ ਕਿ ਸ਼ਖਸੀਅਤ ਤੋਂ ਸ਼ਖਸੀਅਤ ਜਿਹੜੀ ਸਾਡੀ ਇੰਡੀਵਿਜੂਅਲ ਜਿਹੜਾ ਕਰੈਕਟਰ ਹੁੰਦਾ ਉਹਦਾ ਅਸਰ ਜ਼ਰੂਰ ਪੈਂਦਾ ਹੈ। ਤੇ ਪਹਿਲਾਂ ਉਹਨਾਂ ਨੇ ਕੁਝ ਚੰਗੀਆਂ ਗੱਲਾਂ ਵੀ ਕੀਤੀਆਂ ਨੇ, ਉਹ ਗੱਲ ਨਹੀਂ ਹੈ, ਪਰ ਜਿੱਥੋਂ ਤੱਕ ਇਹ 1900 ਆਪਣਾ 100 ਸਾਲਾ ਮਨਾਉਣ ਦੀ ਉਹਨਾਂ ਦੀ ਸਪੀਚ ਦੀ ਗੱਲ ਹੈ, ਉਹਦੇ ਵਿੱਚ ਉਹਨਾਂ ਨੇ ਕੁਝ ਗੱਲਾਂ ਇਹੋ ਜਿਹੀਆਂ ਕੀਤੀਆਂ ਨੇ ਜਿਹੜੀਆਂ ਠੀਕ ਵੀ ਨੇ, ਪਰ ਬਹੁਤੀਆਂ ਗੱਲਾਂ ਦੀ ਟੋਨ ਜਿਹੜੀ ਸੀ ਉਹ ਮਤਲਬ ਏਦਾਂ ਲੱਗਦਾ ਸੀ ਜਿੱਦਾਂ ਅਕਾਲੀ ਦਲ ਨੂੰ ਬਚਾਉਣ ਦੀ ਕੋਸ਼ਿਸ਼ ਹੈ। ਮੈਂ ਜ਼ਿਆਦਾ ਉਹੋ ਜਿਹਾ ਵਰਡ ਨਾ ਯੂਜ਼ ਕਰਾਂ, ਪਰ ਇਹ ਜਿੱਦਾਂ ਉਹਨਾਂ ਨੇ ਇਹ ਗੱਲ ਤਾਂ ਠੀਕ ਕੀਤੀ ਕਿ ਵੀ ਅਕਾਲੀ ਦਲ ਨੂੰ ਉਹਦਾ ਇਤਿਹਾਸ ਯਾਦ ਦਿਵਾਇਆ ਜਾਏ, ਪਰ ਇਹ ਅਕਾਲੀ ਦਲ ਨੂੰ ਇਤਿਹਾਸ ਤਾਂ ਯਾਦ ਦਿਵਾ ਰਹੇ ਨੇ, ਪਰ ਅਕਾਲੀ ਦਲ ਨੂੰ ਕਿੱਦਾਂ ਬਣਿਆ ਇਹ ਗੱਲ ਠੀਕ ਹੈ ਵੀ ਅਕਾਲੀ ਦਲ ਕਿੱਦਾਂ ਹੋਂਦ ਚ ਆਇਆ, ਤੇ ਅਕਾਲੀ ਦਲ ਨੂੰ ਸ਼ਾਇਦ ਉਹਨਾਂ ਨੇ ਜਿਹੜਾ ਮਾਂ ਤੇ ਪੁੱਤਰ ਵਾਲੀ ਗੱਲ ਕੀਤੀ ਹੈ ਉਹ ਵੈਸੇ ਲੌਜੀਕਲੀ ਤਾਂ ਸਮਝ ਨਹੀਂ ਆਉਂਦੀ, ਕਿਉਂਕਿ ਪੁੱਤਰ ਤਾਂ ਕਈ ਹੋ ਸਕਦੇ ਨੇ ਮਾਂ ਦੇ, ਕੋਈ ਇੱਕੋ ਪੁੱਤਰ ਨਹੀਂ ਹੋ ਸਕਦਾ। ਤੇ ਉਹ ਪੁੱਤਰ ਕਪੁੱਤਰ ਵੀ ਨਿਕਲਿਆ ਹੋਵੇ, ਉਸ ਪੁੱਤਰ ਕਪੁੱਤਰ ਦੇ ਅੱਗੇ ਜਿੱਦਾਂ ਇਹ ਸਿਰਸੇ ਵਾਲਾ ਕਾਂਡ ਵੀ ਹੋਇਆ ਹੋਵੇ, ਤੇ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਅਕਾਲੀ ਦਲ ਨੇ ਕੀਤਾ ਹੈ ਸਾਨੂੰ ਪਤਾ ਹੀ ਹੈ,
ਉਹਨੇ ਜਿਸ ਤਰ੍ਹਾਂ ਸੱਤਾ ਜੀ 'ਚ ਆ ਕੇ ਜਿੱਦਾਂ ਸੁਮੇਧ ਸੈਣੀ ਵਰਗਿਆਂ ਨੂੰ ਬਣਾਇਆ, ਇਜ਼ਹਾਰ ਆਲਮ ਵਰਗਿਆਂ ਨੂੰ ਨਾਲ ਲਿਆ, ਤੇ ਉਹ ਜੋ ਕੰਮ ਕੀਤੇ ਨੇ ਉਹ ਸਾਰੇ ਸਾਹਮਣੇ ਹੈ। ਤੇ ਜੇ ਗੋਲੀਆਂ ਵੀ ਚਲਵਾਈਆਂ ਹੋਣ ਬਰਗਾੜੀ ਕਾਂਡ ਦੇ ਵਿੱਚ, ਤੇ ਉਹ ਪੁੱਤਰ ਕਪੁੱਤਰ ਵੀ ਹੋ ਸਕਦਾ। ਤੇ ਇਹ ਕੋਈ ਜ਼ਰੂਰੀ ਜੀ ਨਹੀਂ ਕਿ ਇੱਕ ਮਾਂ ਦਾ ਇੱਕੋ ਪੁੱਤਰ ਹੋਵੇ, ਉਹਦੇ ਹੋਰ ਵੀ ਪੁੱਤਰ ਹੋ ਸਕਦੇ ਨੇ। ਹੋਰ ਪੁੱਤਰ ਤੋਂ ਜੀ ਮਤਲਬ ਮੇਰਾ ਇਹ ਆ ਕਿ ਜਿਹੜੀ ਦਿੱਲੀ ਦੀ ਕਮੇਟੀ ਹੈ ਉਹ ਕਿਹਦੀ ਪੁੱਤਰ ਹੋਈ, ਜਿਹੜੀ ਹਰਿਆਣੇ ਦੀ ਕਮੇਟੀ ਆ ਉਹ ਕਿਹਦੀ ਪੁੱਤਰ ਹੋਈ, ਜਿਹੜੀ ਜੀ ਪਾਕਿਸਤਾਨ ਜੀ ਗੁਰਦੁਆਰਾ ਕਮੇਟੀ ਹੈ ਉਹ ਕਿਹਦੀ ਪੁੱਤਰ ਹੋਈ, ਜਿਹੜੇ ਅਮਰੀਕਾ, ਇੰਗਲੈਂਡ, ਕੈਨੇਡਾ ਤੋਂ ਲੈ ਕੇ ਸਾਰੀ ਦੁਨੀਆ 'ਚ ਜਿਹੜੀਆਂ ਕਮੇਟੀਆਂ ਬਣੀਆਂ ਹੋਈਆਂ ਗੁਰਦੁਆਰਾ ਪ੍ਰਬੰਧਨ ਨੂੰ, ਉਹ ਕਿਹਦੀ ਪੁੱਤਰ ਹੋਈ। ਜੀ ਪਹਿਲੀ ਗੱਲ ਤਾਂ ਮੈਂ ਇਹ ਗੱਲ ਵੈਸੇ ਨਹੀਂ ਮੰਨਦਾ ਲੌਜੀਕਲੀ ਕਿ ਐਸਜੀਪੀਸੀ ਦਾ ਪੁੱਤਰ ਅਕਾਲੀ ਦਲ ਹੈ। ਗੱਲ ਇਹ ਹੈ ਕਿ ਹੁਣ ਕਰਤਾਰ ਸਿੰਘ ਝੱਬਰ ਤੇ ਤੇਜਾ ਸਿੰਘ ਭੁੱਚਰ, ਇਹ ਜਿਹੜੀ ਸਾਰੀ ਕੌਮ, ਇਹ ਪੰਥ ਸੀ, ਇਹ ਪੰਥ ਦੀ ਇੱਕ ਮੂਵਮੈਂਟ ਸੀ। ਉਸ ਪੰਥ ਦੀ ਮੂਵਮੈਂਟ ਵਿੱਚੋਂ ਪਹਿਲਾਂ ਗੁਰਦੁਆਰਿਆਂ ਦੀ ਸੰਭਾਲ ਵਾਸਤੇ ਸ਼੍ਰੋਮਣੀ ਕਮੇਟੀ ਬਣੀ, ਤੇ ਫਿਰ ਉਸ ਤੋਂ ਬਾਅਦ ਇੱਕ ਉਹਨਾਂ ਨੇ ਹੀ ਇੱਕ ਅਕਾਲੀ ਦਲ ਦਾ ਗਠਨ ਕੀਤਾ। ਇਹ ਸ਼੍ਰੋਮਣੀ ਕਮੇਟੀ ਨੇ ਗਠਨ ਨਹੀਂ ਕੀਤਾ, ਇਸ ਕਰਕੇ ਸ਼੍ਰੋਮਣੀ ਕਮੇਟੀ ਦਾ ਪੁੱਤਰ ਅਕਾਲੀ ਦਲ ਨਹੀਂ ਹੋ ਸਕਦਾ। ਉਸ ਪੰਥ ਨੇ ਉਸ ਵੇਲੇ ਆਪਣੀ ਲੋੜਾਂ ਦੇ ਹਿਸਾਬ ਦੇ ਨਾਲ ਇੱਕ ਪੋਲੀਟੀਕਲ ਪਲੇਟਫਾਰਮ ਬਣਾਇਆ ਤੇ ਇੱਕ ਧਾਰਮਿਕ ਪਲੇਟਫਾਰਮ ਬਣਾਇਆ। ਇਸ ਕਰਕੇ ਸ਼੍ਰੋਮਣੀ ਕਮੇਟੀ ਦਾ ਪੁੱਤਰ, ਉਹ ਮੇਰੇ ਖਿਆਲ ਨਾਲ ਸ਼ਾਇਦ ਅਗਰ ਇਹ ਗੱਲ ਕਰਦੇ ਕਿ ਵੀ ਜਿਸ ਤਰ੍ਹਾਂ ਦੇ ਨਾਲ ਆਰਐਸਐਸ ਦਾ ਗਠਨ ਹੋਇਆ 1930-40 ਦੇ ਵਿੱਚ, ਤੇ ਉਸ ਤੋਂ ਬਾਅਦ ਉਹਦੇ ਵਿੱਚੋਂ ਇੱਕ ਪੋਲੀਟੀਕਲ ਪਲੇਟਫਾਰਮ ਜਨਮਿਆ ਬੀਜੇਪੀ ਜਾਂ ਜਨਸੰਘ ਤੋਂ ਬਾਅਦ ਬੀਜੇਪੀ ਬਣੀ, ਜਨਤਾ ਪਾਰਟੀ ਬਣੀ। ਤੇ ਉਹ ਜਿਸ ਤਰ੍ਹਾਂ ਦੇ ਨਾਲ ਆਪਣੀ ਮਾਂ ਦੇ ਕਹਿਣ ਤੇ ਚੱਲਦੀ ਹੈ, ਜਿੱਦਾਂ ਬੀਜੇਪੀ ਆਪਣੇ ਆਰਐਸਐਸ ਦੇ ਕਹਿਣ ਤੇ ਚੱਲਦੀ ਹੈ, ਉਹਦੇ ਏਜੰਡੇ ਤੇ ਚੱਲਦੀ ਹੈ, ਉਹਨੂੰ ਮਾਂ ਮੰਨਦੀ ਹੈ ਤੇ ਉਹਦੀ ਗੱਲ ਨੂੰ ਅੱਗੇ ਲੈ ਕੇ ਜਾ ਰਹੀ ਹੈ ਤੇ ਉਸ ਏਜੰਡੇ ਨੂੰ ਲੈ ਕੇ ਤੁਰ ਰਹੀ ਹੈ। ਤੇ ਇਸ ਪਾਸੇ ਐਸਜੀਪੀਸੀ ਦਾ ਗਠਨ ਪਹਿਲਾਂ ਹੋਇਆ ਧਾਰਮਿਕ ਫਰੰਟ ਦਾ, ਉਹਦੇ ਬਾਅਦ ਅਕਾਲੀ ਦਲ ਦਾ ਗਠਨ ਹੋਇਆ। ਤੇ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭਾਵ ਆਪਣੇ ਧਰਮ ਦੀ ਜਥੇਬੰਦੀ ਤੋਂ, ਉਹਦੇ ਤੋਂ ਜਿਹੜੀ ਹੈ ਰਹਿਨੁਮਾਈ ਲੈਣੀ ਚਾਹੀਦੀ ਸੀ ਤੇ ਪੰਥ ਦੇ ਉੱਤੇ ਰਹਿਣਾ ਚਾਹੀਦਾ ਸੀ। ਪਰ ਹੋਏ ਗਿਆ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਅਕਸ ਹੈ, ਜਿਹੜਾ ਉਹਦਾ ਇੱਕ ਵਜੂਦ ਹੈ, ਉਸ ਨੂੰ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ। ਉਹਦੇ ਜਿਹੜੇ ਜਥੇਦਾਰ ਹੈ, ਉਹਦੇ ਜਿਹੜੇ ਪ੍ਰਧਾਨ ਹੈ, ਉਹ ਲਿਫਾਫਿਆਂ ਚੋਂ ਨਿਕਲਣ ਲੱਗ ਪਏ ਤੇ ਉਹ ਉਹਨਾਂ ਵਿੱਚ ਕੌਣ ਚੁਣਿਆ ਜਾਏਗਾ, ਕੌਣ ਨਹੀਂ ਚੁਣਿਆ ਜਾਏਗਾ, ਉਹਨਾਂ ਨੇ ਕਿੱਦਾਂ ਕਰਨਾ ਹੈ, ਉਹ ਸੌਦੇ ਵਾਲੇ ਨੂੰ ਮਾਫੀ ਦੇਣੀ ਹੈ ਤੇ ਉਹ ਵੀ ਦਵਾ ਦਿਓ, ਤੇ ਉਹ ਇੱਕ ਪਰਿਵਾਰ ਦੇ ਨਾਲ ਜੋ ਕਰਨਾ ਹੈ, ਇਹ ਸਾਰੀ ਗੱਲਾਂ ਤੁਸੀਂ ਸਾਡੇ ਸਾਹਮਣੇ ਹੈ ਕਿ ਬਈ ਸ਼੍ਰੋਮਣੀ ਕਮੇਟੀ ਦਾ ਵਜੂਦ ਜਿਹੜਾ ਆ ਉਹ ਬਿਲਕੁਲ ਜਿੱਦਾਂ ਸ਼੍ਰੋਮਣੀ ਅਕਾਲੀ ਦਲ ਦੀ ਜੇਬ ਚ ਆ ਗਿਆ। ਪਰ ਦੂਜੇ ਪਾਸੇ ਜਿਹੜੀ ਬੀਜੇਪੀ ਹੈ, ਉਹਨੂੰ ਆਰਐਸਐਸ ਅੱਜ ਵੀ ਗਵਰਨ ਕਰਦੀ ਹੈ। ਕੌਣ ਬਣੇਗਾ ਸੀਐਮ, ਕੌਣ ਬਣੇਗਾ ਪੀਐਮ, ਕੌਣ ਮੰਤਰੀ ਬਣੇਗਾ, ਕਿੱਦਾਂ ਹੋਏਗਾ ਤੇ ਕਿੱਦਾਂ ਚੱਲਣਾ, ਉਹਦੀਆਂ ਵਾਗਾਂ ਜਿਹੜੀਆਂ ਨੇ ਉਹ ਅੱਜ ਵੀ ਉਹਨਾਂ ਦੇ ਹੱਥ 'ਚ ਹੈ। ਤੇ 1920 ਤੋਂ ਬਾਅਦ ਮੈਨੂੰ ਲੱਗਦਾ ਉਹਨਾਂ ਨੂੰ ਮੇਣੋ ਮੇਣੀ ਹੋਣ ਲੱਗ ਪਏ ਜਥੇਦਾਰ ਸਾਹਿਬ ਕੀ ਲਾਠੀਆਂ ਲੈ ਕੇ ਆ ਜਾਓ। ਇੱਕ ਪਾਸੇ ਉਹਨਾਂ ਨੇ ਇਹ ਗੱਲ ਕੀਤੀ ਬਈ ਕਰਤਾਰ ਸਿੰਘ ਝੱਬਰ ਹੋਣਾ ਨੇ ਜੇ ਪਟਿਆਲੇ ਤੋਂ ਵੀ ਕਮੇਟੀ ਬਣ ਗਈ ਉਹਨੂੰ ਵੀ ਨਾਲ ਲੈ ਲਿਆ, ਜੇ ਕੋਈ ਹੋਰ ਜਥੇਬੰਦੀਆਂ ਆਈਆਂ ਉਹਨਾਂ ਨੂੰ ਵੀ ਨਾਲ ਲੈ ਲਿਆ। ਇੱਕ ਪਾਸੇ ਉਹਨਾਂ ਨੇ ਇਹ ਮੈਸੇਜ ਦਿੱਤਾ, ਦੂਜੇ ਪਾਸੇ ਉਹਨਾਂ ਨੇ ਇਹ ਗੱਲ ਕਹੀ ਕਿ ਬਈ ਸਾਨੂੰ ਲਾਠੀਆਂ ਤਿਆਰ ਰੱਖਣੀਆਂ ਚਾਹੀਦੀਆਂ, ਡਾਂਗਾਂ ਲੈ ਲੈਣੀਆਂ ਚਾਹੀਦੀਆਂ। ਤੇ ਇਹ ਗੱਲ ਜਿਹੜੀ ਹੈ ਉਹ ਸਮਝ ਤੋਂ ਬਾਹਰ ਹੈ ਕਿ ਬਈ ਉਹਨਾਂ ਨੂੰ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ। ਉਹਨਾਂ ਨੂੰ ਸਾਰੇ ਪੰਥ ਨੂੰ ਨਾਲ ਲੈ ਕੇ ਗੱਲ, ਪਹਿਲੀ ਗੱਲ ਕਿ ਜਦੋਂ ਸ਼੍ਰੋਮਣੀ ਕਮੇਟੀ ਹੋਂਦ ਚ ਆਈ ਉਦੋਂ ਆਰਿਆ ਸਮਾਜ ਦਾ ਜਿਹੜਾ ਪ੍ਰਭਾਵ ਚੱਲ ਰਿਹਾ ਸੀ, ਜਿਹੜਾ ਕ੍ਰਿਸਚੀਅਨ ਮਿਸ਼ਨਰੀਆਂ ਦਾ ਪ੍ਰਭਾਵ ਚੱਲ ਰਿਹਾ ਸੀ, ਉਸ ਪ੍ਰਭਾਵ ਤੋਂ ਕੱਢਣ ਵਾਸਤੇ ਜਿਹੜਾ ਮਹੰਤਾਂ ਨੇ ਜਿਹੜਾ ਕਬਜ਼ਾ ਕੀਤਾ ਹੋਇਆ ਸੀ, ਉਹਦੇ ਤੋਂ ਕੱਢਣ ਵਾਸਤੇ ਉਹ ਬਣੀ। ਹੁਣ 100 ਸਾਲ ਬਾਅਦ ਸਾਨੂੰ ਇਹ ਜਥੇਦਾਰ ਸਾਹਿਬ ਨੂੰ ਇਹ ਸਪੀਚ ਦੇਣੀ ਚਾਹੀਦੀ ਸੀ ਵੀ 100 ਸਾਲਾਂ ਵਿੱਚ ਅਸੀਂ ਕਿੱਥੇ ਪਹੁੰਚੇ ਆ, ਸਾਡਾ ਐਕਸਪੀਰੀਅੰਸ ਕਿੱਥੇ ਰਿਹਾ, ਸਾਡੇ ਵਿੱਚ ਕੀ ਕਮੀਆਂ ਆ ਗਈਆਂ, ਸਾਨੂੰ ਉਹ ਕਮੀਆਂ ਕਿੱਦਾਂ ਦੂਰ ਕਰਨੀਆਂ ਚਾਹੀਦੀਆਂ। ਸਾਡੇ ਸਾਹਮਣੇ ਅੱਜ ਜਿਹੜੇ 1920 ਚ ਚੈਲੰਜ ਸੀ, ਉਹ ਅੱਜ ਸਾਡੇ ਕੋਲ ਕਿੰਨੇ ਚੈਲੰਜ ਰਹਿ ਗਏ ਆ। ਜਿਹੜਾ ਇੱਕ ਸਿਸਟਮ ਬਣਾਇਆ ਸੀ, ਉਹ ਸਿਸਟਮ ਕਿੰਨਾ ਕੁ ਵਰਕ ਕਰ ਪਾਇਆ, ਨਹੀਂ ਕਰ ਪਾਇਆ, ਉਹਦੇ ਵਿੱਚ ਕਿੰਨੀਆਂ ਕਮੀਆਂ ਨੇ। ਹੁਣ ਅੱਗੇ ਦਾ ਕੌਮ ਦਾ ਰੋਡ ਮੈਪ ਕੀ ਹੋਣਾ ਚਾਹੀਦਾ ਹੈ, ਐਸਜੀਪੀਸੀ ਦਾ ਅੱਗੇ ਸੁਧਾਰ ਕੀ ਹੋਣਾ ਚਾਹੀਦਾ ਹੈ। ਜਦੋਂ ਇਹ ਐਸਜੀਪੀਸੀ ਬਣੀ ਉਦੋਂ ਹਿੰਦੁਸਤਾਨ ਪਾਕਿਸਤਾਨ ਸਾਰਾ ਇੱਕ ਸੀ ਤੇ ਉਦੋਂ ਬਣੀ ਸੀ। ਉਹਦੇ ਬਾਅਦ ਕਿਹੋ ਜਿਹੀਆਂ ਚੁਣੌਤੀਆਂ ਆ ਗਈਆਂ। ਸਿੱਖ ਉਸ ਵੇਲੇ ਇਸੇ ਇਲਾਕੇ 'ਚ ਸੀ, ਹੁਣ ਸਿੱਖ ਜਿਹੜੇ ਨੇ ਪੂਰੀ ਦੁਨੀਆ ਵਿੱਚ ਨੇ, ਉਹ ਸਾਰੀ ਦੁਨੀਆ ਦੇ ਵਿੱਚ ਰਿਪਰੈਜ਼ੈਂਟ ਕਰ ਰਹੇ ਨੇ। ਤੇ ਜੇ ਇਹ ਮਾਂ ਆ ਐਸਜੀਪੀਸੀ ਜੇ, ਤੇ ਇਹਦੇ ਵਿੱਚ ਹੁਣ ਉਹ ਬਾਕੀ ਪੁੱਤਰਾਂ ਦੀ ਰਿਪਰੈਜ਼ੈਂਟੇਸ਼ਨ ਕਿੱਥੇ ਆ? ਕੀ ਐਸਜੀਪੀਸੀ ਨੂੰ ਐਕਸਪੈਂਡ ਕਰਨਾ ਚਾਹੀਦਾ ਹੈ? ਇਹ 175 ਮੈਂਬਰ ਰਹਿਣੇ ਚਾਹੀਦੇ ਨੇ, ਜਾਂ ਯੂਕੇ ਤੋਂ ਵੀ 20 ਲਿੱਤੇ ਜਾਣ, ਜਾਂ ਅਮਰੀਕਾ ਤੋਂ ਵੀ 30 ਲਿੱਤੇ ਜਾਣ, ਜਾਂ ਕੈਨੇਡਾ ਤੋਂ ਵੀ 30 ਲਿੱਤੇ ਜਾਣ, ਜਾਂ ਆਸਟ੍ਰੇਲੀਆ ਤੋਂ ਲਏ ਜਾਣ, ਨਿਊਜ਼ੀਲੈਂਡ ਤੋਂ ਲਏ ਜਾਣ, ਸਾਰੀ ਦੁਨੀਆ ਜਿੱਥੇ ਜਿੱਥੇ ਸਿੱਖ ਬੈਠੇ ਨੇ, ਕੀ ਇਹਨੂੰ ਐਕਸਪੈਂਡ ਕਰਨਾ ਚਾਹੀਦਾ? ਕਿਉਂਕਿ ਸਮਾਂ ਬਦਲ ਗਿਆ, ਹਾਲਾਤ ਬਦਲ ਗਏ 100 ਸਾਲ ਦੇ ਵਿੱਚ। ਅੱਜ ਸਿੱਖ ਸਾਰੀ ਦੁਨੀਆ 'ਚ ਬੈਠਾ ਹੈ।
ਉਹਨਾਂ ਦੀ ਰਿਪਰੈਜ਼ੈਂਟੇਸ਼ਨ ਕਿੱਦਾਂ ਹੋਏਗੀ ਤੇ ਸ਼੍ਰੋਮਣੀ ਕਮੇਟੀ ਕੀ ਪੰਥ ਨੂੰ ਅੱਗੇ ਲਿਜਾਣ ਵਾਸਤੇ ਕਾਮਯਾਬ ਹੋਈ, ਕੀ ਉਹ ਪ੍ਰਚਾਰ ਕਰ ਪਾਈ, ਕੀ ਅੱਜ ਜਿਹੜੇ ਪੰਜਾਬ ਦੇ ਅੰਦਰ ਜਿਹੜਾ ਆ ਪਤਤਪੁਣਾ ਵੱਧ ਰਿਹਾ ਹੈ, ਕੀ ਸ਼ਰਾਬ ਵੱਧ ਰਹੀ ਹੈ, ਕੀ ਨਸ਼ਾ ਵੱਧ ਰਿਹਾ ਹੈ, ਕੀ ਸਿੱਖ ਕੌਮ ਦੇ ਬੱਚੇ ਜਿਹੜੇ ਨੇ ਉਹ ਕਿਸ ਪਾਸੇ ਜਾ ਰਹੇ ਨੇ। ਤੇ ਉਸ ਵੇਲੇ ਵੀ ਪੜ੍ਹੇ ਲਿਖਿਆਂ ਨੂੰ ਨਾਲ ਲਿਆ ਗਿਆ ਸੀ। ਉਹਨੇ ਗੱਲ ਤਾਂ ਕੀਤੀ ਕਿ ਉਦੋਂ ਡਾਕਟਰਾਂ ਨੂੰ ਲਿਆ ਗਿਆ ਜੀ, ਪ੍ਰੋਫੈਸਰਾਂ ਨੂੰ ਲਿਆ ਗਿਆ। ਅੱਜ ਕਿੱਥੇ ਜਾ ਰਹੇ ਆ? ਤੇ ਜਿਹੜੀ ਇੱਕ 100 ਸਾਲ ਦੀ ਇੱਕ ਸੀ ਉਹ ਮੇਣੋ ਮੇਣੀ ਹੋਣ ਵਾਲਾ ਉਹ ਉਸ ਵੇਲੇ ਪਲੇਟਫਾਰਮ ਦੇ ਉੱਤੇ ਉਹ ਗੱਲ ਕਰਨ ਦੀ ਲੋੜ ਨਹੀਂ ਸੀ, ਬਲਕਿ ਇੱਕ ਬੜਾ ਵੱਡਾ ਵਿਜ਼ਨ ਦੇਣ ਦੀ ਲੋੜ ਸੀ ਕਿ ਵਿਜ਼ਨ ਕੀ ਹੋਣਾ ਚਾਹੀਦਾ ਅੱਗੇ 50 ਸਾਲ ਤੱਕ ਜਾਂ ਅਗਲੇ 100 ਸਾਲ ਦਾ ਵਿਜ਼ਨ ਕੀ ਹੋਵੇ। ਜੇ ਅੱਜ ਕੌਮ 2% ਹੈ, ਜੇ ਹਿੰਦੁਸਤਾਨ 'ਚ 1.5% ਹੈ, ਇਹਨੇ ਅੱਗੇ ਕਿੱਦਾਂ ਵਧਣਾ ਹੈ? ਆਪਾਂ 2040 ਤੱਕ ਕਿੱਥੇ ਜਾਵਾਂਗੇ, 2050 ਤੱਕ ਕਿੱਥੇ ਜਾਵਾਂਗੇ? ਸਾਡਾ ਅਗਲਾ ਵਿਜ਼ਨ ਕੀ ਹੈ? ਅਸੀਂ ਕਿੱਦਾਂ ਫੈਲਣਾ ਹੈ? ਕਿਉਂਕਿ ਹਰ ਕਮਿਊਨਿਟੀ, ਭਾਵੇਂ ਉਹ ਈਸਾਈ ਹੋਣ, ਭਾਵੇਂ ਉਹ ਮੁਸਲਮਾਨ ਹੋਣ, ਭਾਵੇਂ ਉਹ ਕੋਈ ਹੋਵੇ, ਉਹ ਵਧੇ ਨੇ। ਉਹ ਵੀ 1% ਸੀ, ਕਦੇ ਕਦੇ ਉਹ ਵੀ 2% ਸੀ। ਯੀਸ਼ੂ ਮਸੀਹ ਦੇ ਪੈਦਾ ਹੋਣ ਤੋਂ 300 ਸਾਲ ਤੱਕ ਯੀਸ਼ੂ ਮਸੀਹ ਨੂੰ ਕੋਈ ਨਹੀਂ ਸੀ ਜਾਣਦਾ। ਉਹ ਬਾਅਦ ਵਿੱਚੋਂ ਉਹਦਾ ਪ੍ਰਚਾਰ ਪ੍ਰਸਾਰ ਸ਼ੁਰੂ ਹੋਇਆ। ਤੇ ਗੱਲ ਕੀ ਹੈ ਕਿ ਅਗਲੇ 100 ਸਾਲ ਵਾਸਤੇ ਸਾਡਾ ਕੀ ਮਿਸ਼ਨ ਹੋਣਾ ਚਾਹੀਦਾ, ਕੌਮ ਨੂੰ ਕਿਵੇਂ ਇਕਜੁੱਟ ਰੱਖਣਾ ਹੈ, ਕੌਮ ਨੂੰ ਕਿਵੇਂ ਚੜ੍ਹਦੀ ਕਲਾ 'ਚ ਲੈ ਕੇ ਆਣਾ ਦੁਨੀਆ 'ਚ। ਤੇ ਤੀਜੀ ਗੱਲ, ਸਾਰਿਆਂ ਨੂੰ ਬੁਲਾਉਣਾ ਚਾਹੀਦਾ ਸੀ। ਸ਼੍ਰੋਮਣੀ ਕਮੇਟੀ, ਜੇ ਅਸੀਂ ਉਹਨੂੰ ਸਿੱਖ ਪਾਰਲੀਮੈਂਟ ਦੁਨੀਆ 'ਚ ਕਹਿੰਦੇ ਆ ਸਿੱਖਾਂ ਦੀ, ਤੇ ਉਹਦੇ ਵਿੱਚ ਜਿੰਨੀਆਂ ਵੀ ਧਿਰਾਂ ਸੀ, ਭਾਵੇਂ ਤੁਹਾਡੇ ਵਿਰੋਧੀ ਸੀ ਜਾਂ ਜੋ ਵੀ ਸੀ, ਉਹਨਾਂ ਸਾਰਿਆਂ ਨੂੰ ਬੁਲਾਉਣਾ ਚਾਹੀਦਾ ਸੀ, ਉਹਨਾਂ ਸਾਰਿਆਂ ਨੂੰ ਇਕੱਠਾ ਕਰਨਾ ਚਾਹੀਦਾ ਸੀ। ਬਈ ਜੇ ਕੋਈ ਪੁਆੜਾ ਵੀ ਪਿਆ ਹੈ, ਜੋ ਗੱਲ ਵੀ ਹੈ, ਜਿਹੜਾ ਭਾਈ ਮਨੀ ਸਿੰਘ ਵਰਗਾ ਰੋਲ ਅਦਾ ਕਰਨਾ ਚਾਹੀਦਾ ਸੀ। ਬਈ ਬੰਦਾ ਹੀ ਖਾਲਸਾ ਤੱਤ ਖਾਲਸਾ, ਉਹਨਾਂ ਨੇ ਕਿਹਾ ਕਿ ਇਕੱਠੇ ਹੋ ਕੇ ਬੈਠੋ, ਗੱਲ ਕਰੋ। ਜਾਂ ਮਤਲਬ ਜੇ ਆਪਾਂ ਜਿੱਦਾਂ ਜੀ ਮਤਲਬ ਜੇ ਆਪਾਂ ਕਹਿ ਲਈਏ ਕਿ ਕਿਤੇ ਨਾ ਕਿਤੇ ਜਿੱਦਾਂ ਸਾਰਾ, ਹਾਂਜੀ ਜੀ, ਕਿਤੇ ਨਾ ਕਿਤੇ ਆਪਾਂ ਕਹਿ ਲਈਏ ਕਿ ਉਹਨਾਂ ਦੇ ਬੋਲਾਂ ਦੇ ਵਿੱਚ ਤਪਸ਼ ਤੇ ਸੀ, ਪਰ ਚਾਨਣ ਦੀ ਜਿਹੜੀ ਆ ਉਹ ਘਾਟ ਸੀ। ਕਿ ਜਿੱਦਾਂ ਤੁਸੀਂ ਕਿਹਾ ਕਿ ਇੱਕ ਆਪਾਂ ਵੱਡਾ ਵਿਜ਼ਨ ਉਹਨਾਂ ਵੱਲੋਂ ਰੱਖਣਾ ਚਾਹੀਦਾ ਸੀ, ਪਰ ਉਹ ਚੀਜ਼ਾਂ ਜਿਹੜੀਆਂ ਨਹੀਂ ਰੱਖੀਆਂ ਗਈਆਂ। ਔਰ ਦੂਸਰੇ ਬੰਨੇ ਇਤਿਹਾਸ ਨੂੰ ਚੇਤਾ ਤੇ ਕੀਤਾ ਗਿਆ, ਪਰ ਜੋ ਅਜੋਕੇ ਹਾਲਾਤ ਨੇ ਉਹ ਵੀ ਇਸੇ ਤਰੀਕੇ ਦੇ ਹੀ ਹਾਲਾਤ ਜਿਹੜੇ ਹੁਣ ਨੇ। ਇੱਕ ਪਾਸੇ ਆਪਾਂ ਕਹਿ ਲਈਏ ਕਿ ਜਿਹੜੀ ਗੁਰਦਾਸਪੁਰ ਵਾਲੀ ਪੂਰੀ ਬੈਲਟ ਹੈਗੀ ਆ, ਉੱਥੇ ਪੂਰਾ ਈਸਾਈ ਮਿਸ਼ਨਰੀਆਂ ਦਾ ਜ਼ੋਰ ਹੈਗਾ ਹੈ। ਦੂਜੇ ਬੰਨੇ ਜਿਹੜਾ ਕਿ ਸਿਧਾਂਤਕ ਤੌਰ ਤੇ ਸਾਡੇ ਤੇ ਹਮਲੇ ਹੋ ਰਹੇ ਨੇ, ਸਾਰਾ ਕੁਝ ਉਸੇ ਤਰੀਕੇ ਦੇ ਨਾਲ ਹੀ ਵਾਪਰਿਆ। ਤੇ ਇਹ ਨਹੀਂ ਸੋਚੇ ਕਿ ਜੇ ਬਿਆਨ ਹੈਗਾ ਕਿ ਡਾਂਗਾ, ਕੀ ਅਸੀਂ ਆਪਸੀ ਖਾਨਾ ਜੰਗੀ ਵੱਲ ਵੱਧ ਰਹੇ ਹਾਂ? ਕਿ ਇਸ ਬਿਆਨ ਤੋਂ ਆਪਾਂ ਇਹ ਲਗਾ ਲਈਏ ਕਿ ਉਹ ਜਸਟੀਫਾਈ ਕਰ ਰਹੇ ਨੇ ਕਿ ਜੋ ਹੋਇਆ ਸਹੀ ਹੋਇਆ? ਦੇਖੋ, ਮੈਨੂੰ ਇਹ ਨਹੀਂ ਲੱਗਦਾ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੀ ਇਸ ਵੇਲੇ ਬੜੀ ਮਾਫ ਕਰਨਾ ਉਹ ਪੋਜੀਸ਼ਨ ਹੈ ਕਿ ਉਹਨਾਂ ਦੇ ਕਹਿਣ ਤੋਂ ਲੋਕ ਜਿਹੜੇ ਨੇ ਪਿੰਡਾਂ ਤੋਂ ਵਹੀਰਾਂ ਘੱਟ ਕੇ ਆ ਜਾਣ ਜਾਂ ਡਾਂਗਾ ਚੱਕ ਕੇ ਆ ਜਾਣ। ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਬੀਇੰਗ ਏ ਜਰਨਲਿਸਟ, ਇਹ ਕਿਤੇ ਨਾ ਕਿਤੇ ਇੱਕ ਫਰਸਟ੍ਰੇਸ਼ਨ ਹੈ। ਉਹ ਫਰਸਟ੍ਰੇਸ਼ਨ ਏਦਾਂ ਆ ਕਿ ਜਥੇਦਾਰ ਸਾਹਿਬ ਨੇ ਕੁਝ ਪਹਿਲਾਂ ਬਿਆਨ ਚੰਗੇ ਦਿੱਤੇ, ਜਿਹਦੇ ਵਿੱਚ ਉਹਨਾਂ ਨੇ ਜਦੋਂ ਇੱਕ ਬਿਆਨ ਵਧੀਆ ਦਿੱਤਾ ਤਾਂ ਉਹਦੇ ਉੱਤੇ ਜਿਹੜਾ ਲੁਧਿਆਣੇ ਤੋਂ MP ਹੈ ਰਵਨੀਤ ਸਿੰਘ ਬਿੱਟੂ, ਜੋ ਮੇਰੇ ਖਿਆਲ ਨਾਲ ਉਹਦਾ ਬੇਅੰਤ ਸਿੰਘ ਦਾ ਪੋਤਾ ਹੈ, ਉਹਨੇ ਕਿਹਾ ਜਥੇਦਾਰ ਸਾਹਿਬ ਓਨੀ ਗੱਲ ਕਰੋ ਜਿੰਨਾ ਤੁਹਾਡੀ ਪੈਰ ਜਿਹੜੇ ਨੇ ਉਹ ਭਾਰ ਝੱਲ ਸਕਣ। ਇੱਕ ਲੁਧਿਆਣੇ ਦਾ MP ਇਹ ਗੱਲ ਅਕਾਲ ਤਖਤ ਦੇ ਜਥੇਦਾਰ ਨੂੰ ਕਹੇ, ਨਾ ਤਾਂ SGPC ਨੇ ਉਹਦਾ ਜਵਾਬ ਦਿੱਤਾ, ਨਾ ਕਿਸੇ ਮੈਂਬਰ ਨੇ ਕੋਈ ਮੋਰਚਾ ਲਾਇਆ, ਨਾ ਅਕਾਲੀ ਦਲ ਨੂੰ ਕੋਈ ਮਿਰਚਾਂ ਲੱਗੀਆਂ, ਨਾ ਕਿਸੇ ਕੋਈ ਜਥੇਦਾਰ ਆਇਆ, ਨਾ ਅਕਾਲੀ ਦਲ ਦੇ ਵਰਕਰ ਆਏ। ਹੈਰਾਨੀ ਦੀ ਗੱਲ ਹੈ ਕਿ ਅਕਾਲ ਤਖਤ ਦਾ ਜਥੇਦਾਰ ਇਹ ਬਿਆਨ ਦਵੇ ਔਰ ਉਸ ਤੋਂ ਬਾਅਦ ਇੱਕ ਲੁਧਿਆਣੇ ਦਾ MP ਇਹੋ ਜਿਹੀ ਕਰ ਜਾਏ, ਪਰ ਕੋਈ ਕੁਝ ਨਾ ਕਹੇ। ਹੁਣ ਮੈਨੂੰ ਲੱਗਦਾ ਕਿਤੇ ਨਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਆਪਣੇ ਆਪ ਨੂੰ ਕੱਲਾ ਮਹਿਸੂਸ ਕਰ ਰਹੇ ਆ ਕਿ ਉਹ ਕਹਿੰਦੇ ਮੈਂ ਪੰਥ ਦੀ ਕੋਈ ਗੱਲ ਵੀ ਕਰਦਾ ਜਾਂ ਮੈਂ ਕੋਈ ਇਸ਼ੂ ਚੁੱਕਦਾ ਵੀ ਹਾਂ ਤੇ ਇਹੀ ਅਕਾਲੀ ਦਲ ਤੇ ਇਹੀ SGPC ਮੇਰੀ ਸਪੋਰਟ ਤੇ ਨਹੀਂ ਆਉਂਦੀ। ਨਾ ਕੋਈ ਉਹਦੇ ਤੇ ਬਿਆਨ ਦਿੰਦਾ ਹੈ, ਨਾ ਕੋਈ ਉਹਦੇ ਵਿੱਚ ਉਹ ਇਸ ਕਰਕੇ ਉਹ ਫਰਸਟ੍ਰੇਸ਼ਨ ਕੱਢ ਰਹੇ ਕਿ ਜੇ ਅੱਜ ਇਹ ਗੱਲ ਹੋ ਰਹੀ ਹੈ, ਜੋ ਜਿਹੜੇ ਸਰੂਪ ਨਹੀਂ ਲੱਭੇ, ਉਹਦੀ ਜਿਹੜੀ ਜਾਂਚ ਕਰਾਉਣ ਦਾ ਜ਼ਿੰਮੇਵਾਰ ਉਹਨਾਂ ਦੇ ਕੋਲ ਆਇਆ ਸੀ, ਤੇ ਜੇ ਉਹਦੇ ਕੋਈ ਗੱਲ ਆਈ ਹੈ ਤੇ ਗੱਲ ਕੀ ਹੈ ਕਿ ਉਹ ਜਿਹੜੇ ਵਰਕਰ ਨੇ ਸ਼੍ਰੋਮਣੀ ਅਕਾਲੀ ਦਲ ਦੇ, ਉਹ ਜਿਹੜੇ SGPC ਦੇ ਮੈਂਬਰ ਨੇ, ਉਹ ਸਾਰੇ ਜਿਹੜੇ ਨੇ ਉਹ ਤਾਂ ਸਲਾਮ ਕਰਦੇ ਨੇ ਉੱਥੇ ਅਕਾਲੀ ਦਲ ਨੂੰ, ਉਹ ਤਾਂ ਸਲਾਮ ਕਰਦੇ ਨੇ ਪ੍ਰਕਾਸ਼ ਸਿੰਘ ਬਾਦਲ ਦੇ ਘਰ ਨੂੰ। ਜੇ ਪ੍ਰਕਾਸ਼ ਸਿੰਘ ਬਾਦਲ ਨੂੰ ਕੁਝ ਕਿਹਾ ਜਾਏਗਾ ਤਾਂ ਤੇ ਉਹ ਮੋਰਚਾ ਲਾ ਦੇਣਗੇ। ਜੇ ਕੋਈ ਉਹੋ ਜਿਹੀ ਗੱਲ ਰਵਨੀਤ ਸਿੰਘ ਬਿੱਟੂ ਕਹਿ ਦੇਵੇ ਤਾਂ ਫਿਰ ਦੇਖੋ ਕਿੱਦਾਂ ਬਿਆਨ ਆਉਂਦੇ ਆ। ਤੇ ਇਹ ਗੱਲ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਦੀ ਇੱਕ ਫਰਸਟ੍ਰੇਸ਼ਨ ਸੀ, ਜਿਸ ਨੂੰ ਉਹ ਕੱਢਣਾ ਚਾਹ ਰਹੇ ਸੀ ਤੇ ਕਹਿਣਾ ਚਾਹ ਰਹੇ ਸੀ ਵੀ ਮੈਂ ਅਕਾਲ ਤਖਤ ਦਾ ਜਥੇਦਾਰ ਹਾਂ, ਜੇ ਮੈਂ ਕੋਈ ਗੱਲ ਕਰਦਾ ਤੇ ਨਾ ਕੋਈ ਡਾਂਗਾ ਲੈ ਕੇ ਆਉਂਦਾ ਹੈ, ਨਾ ਕੋਈ ਜਿਹੜੀ ਉਹਦੇ ਵਿੱਚ ਕੋਈ ਬਿਆਨਬਾਜ਼ੀ ਕਰਦਾ ਹੈ, ਨਾ ਮੇਰੇ ਨਾਲ SGPC ਦਾ ਪ੍ਰਧਾਨ ਖੜਾ ਹੁੰਦਾ ਹੈ, ਤੇ ਨਾ ਕੋਈ, ਤੇ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਇੱਕ ਫਰਸਟ੍ਰੇਸ਼ਨ ਸੀ ਜਿਹਨੂੰ ਉਹਨਾਂ ਨੇ ਉਹ ਕਹਿਣ ਦੀ ਕੋਸ਼ਿਸ਼ ਕੀਤੀ। ਮੈਨੂੰ ਨਹੀਂ ਲੱਗਦਾ ਉਹਨੂੰ ਇਹ ਕਹਿਣਾ ਚਾਹੀਦਾ ਸੀ ਵੀ ਡਾਂਗਾ ਲੈ ਕੇ, ਉਹਨੂੰ ਇਹ ਕਹਿਣਾ ਚਾਹੀਦਾ ਸੀ ਵੀ ਜਿੱਦਾਂ ਗੁਰਬਾਣੀ ਦਾ ਕਹਿਣਾ ਨਾ ਕਿ ਬਈ
ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰਨਾਮੇ ਕੇ ਹੋਮੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਇਹ ਅਕਾਲ ਤਖਤ ਜੀ ਦੇ ਜਥੇਦਾਰ ਨੂੰ ਸਾਰੇ ਪੰਥ ਦੀ ਗੱਲ ਕਰਨੀ ਚਾਹੀਦੀ ਹੈ। ਉਹ ਗੁਰਬਾਣੀ ਦੇ ਆਧਾਰ ਦੇ ਉੱਤੇ, ਸਿੱਖ ਮਰਿਆਦਾ ਦੇ ਆਧਾਰ ਦੇ ਉੱਤੇ ਗੱਲ ਕਰਨੀ ਚਾਹੀਦੀ ਸੀ। ਸਿੱਖ ਰਹਿਤ ਮਰਿਆਦਾ ਪੂਰੀ ਦੁਨੀਆ ਦੇ ਵਿੱਚ ਇੱਕ ਕਿਵੇਂ ਹੋ ਸਕੇ ਉਹਦੀ ਗੱਲ ਕਰਨੀ ਚਾਹੀਦੀ ਸੀ। ਜਿੱਦਾਂ ਅਸੀਂ ਅਲੱਗ-ਅਲੱਗ ਹੋਏ ਪਏ ਆ, ਜਿਹੜੇ ਅੱਜ ਸਾਡੇ ਸਾਹਮਣੇ ਧਾਰਮਿਕ ਤੌਰ ਦੇ ਉੱਤੇ ਕਈ ਸਵਾਲ ਖੜੇ ਹੋਏ ਨੇ, ਉਹਨਾਂ ਨੂੰ ਦੂਰ ਕਰਨ ਦੀ ਗੱਲ ਕਰਨੀ ਚਾਹੀਦੀ ਸੀ। ਮੈਂ ਉਹੀ ਗੱਲ ਕਹਿ ਰਿਹਾ ਕਿ ਜਿਹੜੀਆਂ ਸਾਡੇ ਸਾਹਮਣੇ ਇਸ ਵੇਲੇ ਚੁਣੌਤੀਆਂ ਸੀ, ਉਹਨਾਂ ਦੀ ਗੱਲ ਕਰਨੀ ਚਾਹੀਦੀ ਸੀ। ਅੱਗੇ ਦਾ ਇੱਕ ਵਿਜ਼ਨ ਦੇਣਾ ਚਾਹੀਦਾ ਸੀ। ਪਰ ਉਹ ਥੋੜਾ ਜਿਹਾ ਇੱਕ ਜਿੱਦਾਂ ਉਹ ਇੱਕ ਲੀਡਰ, ਪੋਲੀਟੀਕਲ ਲੀਡਰ ਦੀ ਜਿਹੜੀ ਬਿਆਨਬਾਜ਼ੀ ਹੁੰਦੀ ਹੈ ਤੇ ਜਿਹੜੀ ਅਕਾਲ ਤਖਤ ਦੇ ਜਥੇਦਾਰ ਦੀ ਜਿਹੜੀ ਗੱਲ ਹੁੰਦੀ ਹੈ, ਉਹਦੇ ਵਿੱਚ ਜਿਹੜੀ ਇੱਕ ਥਿਨ ਲਾਈਨ ਹੁੰਦੀ ਹੈ, ਉਹਨੂੰ ਮੈਨੂੰ ਲੱਗਦਾ ਮੇਨਟੇਨ ਨਹੀਂ ਕਰ ਸਕਦੇ।